अस्सलाम वालेकुम दोस्तों 2-4 दिन पहले ना 5-4 दोस्त बैठे सन ते गल होण डी सी कि यार बंदा सख्त रवैया अगर रखे ना ते बंदा गुनाहां तो बच सकदा है। ते कुछ लोग कहण डे सन कि जे बंदा नरम रवैया रखे तो बंदा फिर गुनाहां तो बच सकदा है। लेकिन जो मैं अपनी जिंदगी च एनालिसिस कीता है ना, मैं तुहाडे नाल गल ਉਹੀ शेयर करांगा क्योंकि ਜਿਹੜੀ ਗੱਲ इंसान ने खुद फेस कीती होवे ਉਹਦੇ तजर्बे चों गुजरी होवे ना ते ਉਹ ਦੋਸਤਾਂ ਨਾਲ शेयर करनी चाहिदी। एक गल मैं किते सुनी सी ते एक दिन ਉਹ प्रूव भी हो गई। ਅਸੀਂ 4 ਲੋਕ ਨਾ ਗੱਡੀ 'ਚ ਜਾਣ ਡਏ ਸਾਂ, 4 ਦੋਸਤ ਸਾਂ। ਅਸੀਂ ਨਾ ਇੱਕ ਡੇਰੇ ਦੇ ਕੋਲੋਂ ਗੁਜ਼ਰੇ ਤੇ ਉਹ ਸਾਡੀ ਕਾਰ ਨੂੰ ਨਾ ਇੱਕ ਕੁੱਤਾ ਪੈ ਗਿਆ। ਉਹਨੇ ਤਕਰੀਬਨ ਨਾ ਕੋਈ 4 ਜਾਂ 5 ਏਕੜ ਗੱਡੀ ਦੇ ਨਾਲ ਸਫ਼ਰ ਕੀਤਾ ਤੇ ਉਹ ਭੌਂਕੇ ਤੇ ਗੱਡੀ ਦੇ ਬਰਾਬਰ ਭੱਜੇ, ਨਾਲ ਭੱਜਦਾ ਰਿਹਾ। ਹੋਇਆ ਕੀ ਕਿ ਮੈਂ ਗੱਲ ਫਿਰ ਸ਼ੁਰੂ ਕਰ ਲਈ। ਮੈਂ ਕਿਹਾ ਯਾਰ ਕੁੱਤੇ ਦਾ ਕੰਮ ਵੇਖੋ ਤੁਸੀਂ ਕਿ ਇਸ ਕੁੱਤੇ ਨੇ ਆਪਣੇ ਕੋਲੋਂ ਨਾ ਤੇ ਗੱਡੀ ਖੋਹਣੀ ਹੈ, ਨਾ ਇਹਨੇ ਸਾਨੂੰ ਗੱਡੀ ਖਰੀਦ ਕੇ ਦਿੱਤੀ ਹੈ, ਗੱਡੀ ਇਹਦੀ ਸਫ਼ਰ ਅਸੀਂ ਵੀ ਕਰਨੇ ਆ। ਨਾ ਹੀ ਇਹ ਕੁੱਤਾ ਗੱਡੀ ਨੂੰ ਚੱਕੀ ਮਾਰ ਸਕਦਾ ਹੈ, ਦੰਦ ਵੱਢ ਸਕਦਾ ਹੈ, ਤੇ ਨਾ ਹੀ ਇਹ ਕੁੱਤਾ ਵਿੱਚ ਬੈਠਿਆਂ ਦਾ ਸਾਡਾ ਕੁਝ ਵਿਗਾੜ ਸਕਦਾ ਹੈ, ਤੇ ਨਾ ਹੀ ਇਸ ਕੁੱਤੇ ਨੇ ਸਾਡੇ ਕੋਲ ਗੱਡੀ ਖੋਹ ਕੇ ਤੇ ਖੁਦ ਚਲਾਣੀ ਹੈ। ਕੁਝ ਬੰਦਿਆਂ ਦਾ ਹਿਸਾਬ ਕਿਤਾਬ ਸੇਮ ਐਵੇਂ ਹੁੰਦਾ ਹੈ। ਉਹਨਾਂ ਨੂੰ ਤੁਹਾਡੇ ਨਾਲ ਲੈਣਾ ਦੇਣਾ ਨਹੀਂ, ਨਾ ਤੁਹਾਨੂੰ ਉਹ ਦੰਦੀ ਵੱਢ ਸਕਦੇ ਨੇ, ਨਾ ਤੁਹਾਨੂੰ ਉਹ ਪਿੱਛੋਂ ਭੱਜ ਕੇ ਰਲ ਸਕਦੇ ਨੇ ਤਰੱਕੀ ਦੀ ਦੌੜ ਦੇ ਵਿੱਚ, ਨਾ ਤੁਹਾਡੀ ਉਹ ਤਰੱਕੀ ਨੂੰ ਖੋਹ ਸਕਦੇ ਨੇ ਤੁਹਾਡੇ ਕੋਲੋਂ, ਕਿਉਂਕਿ ਤੁਹਾਨੂੰ ਤਾਂ ਸਾਰਾ ਕੁਝ ਅੱਲਾਹ ਤਾਲਾ ਇਜਾਜ਼ਤ ਦੇਣ ਦੀ ਹੁੰਦੀ ਹੈ। ਨਾ ਹੀ ਤੁਹਾਡਾ ਜਿਹੜਾ ਮਕਾਮ ਹੈ ਉਹ ਖੋਹ ਕੇ ਤੇ ਉਸ ਮਕਾਮ ਤੇ ਬਹਿ ਸਕਦੇ ਨੇ, ਤੇ ਨਾ ਹੀ ਇਹ ਤਰੱਕੀ ਤੁਹਾਨੂੰ ਉਹਨਾਂ ਨੇ ਦਿੱਤੀ ਹੁੰਦੀ ਹੈ। ਦੇਣ ਵਾਲੀ ਤਾਂ ਅੱਲਾ ਦੀ ਜ਼ਾਤ ਹੈ। ਲੇਕਿਨ ਉਹਨਾਂ ਬੰਦਿਆਂ ਦਾ ਇੱਕੋ ਹੀ ਕੰਮ ਹੈ ਜਿਹੜਾ ਉਸ ਕੁੱਤੇ ਨੇ ਉਹਦਨ ਕੀਤਾ ਸਾਡੇ ਨਾਲ, ਕਿ ਨਾਲ ਭੱਜਣਾ ਤੇ ਭੌਂਕਣਾ। ਬਸ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਇਹ ਗੱਲ ਕਹਾਂਗਾ ਕਿ ਤੁਸੀਂ ਇਹਨਾਂ ਚੀਜ਼ਾਂ ਤੇ ਨਾ, ਇਹ ਰਸਤੇ ਦੀਆਂ ਕੁੱਤਿਆਂ ਤੇ ਬਿਲਕੁਲ ਤੁਸੀਂ ਆਪਣੇ ਕੰਨ ਨਹੀਂ ਧਰਨੇ। ਤੁਸੀਂ ਆਪਣੀ ਪੂਰੀ ਜਿਹੜੀ ਤਵੱਜੋ ਨਾ, ਤੁਹਾਡੀ ਜਿਹੜੀ ਕੰਸਨਟਰੇਸ਼ਨ ਹੈ ਸਾਰੀ, ਉਹ ਤੁਹਾਡੀ ਸਾਰੀ ਦੀ ਸਾਰੀ ਜਿਹੜੀ ਉਹ ਤੁਹਾਡੀ ਉਹਦੇ 'ਤੇ ਹੋਣੀ ਚਾਹੀਦੀ, ਤੁਹਾਡੇ ਗੋਲ 'ਤੇ, ਤੁਹਾਡੇ ਟਾਰਗੇਟ 'ਤੇ, ਤੁਹਾਡੀ ਮੰਜ਼ਿਲ 'ਤੇ, ਤੁਹਾਡੀ ਅਚੀਵਮੈਂਟ 'ਤੇ, ਕਿ ਮੈਂ ਉੱਥੇ ਤੱਕ ਪਹੁੰਚਣਾ। ਤੁਸੀਂ ਇਨਸ਼ਾਅੱਲਾ ਕਾਮਯਾਬ ਜੀ। ਤੇ ਰਹਿ ਗਈ ਗੱਲ ਆਪਣੇ ਆਪ ਨੂੰ ਸਖਤ ਕਰਨ ਦੀ ਜਾਂ ਨਰਮ ਰੱਖਣ ਦੀ, ਉਬਲਦੇ ਪਾਣੀ ਦੇ ਵਿੱਚ ਆਲੂ ਔਰ ਅੰਡਾ ਦੋਵੇਂ ਸੁੱਟ ਦਿਓ। ਆਲੂ ਨਰਮ ਹੋ ਜਾਏਗਾ, ਸਬਜ਼ੀ ਦਾ ਹਿੱਸਾ ਬਣ ਜਾਏਗਾ। ਅੰਡਾ ਨਰਮ ਸੀ, ਸਖਤ ਹੋ ਜਾਏਗਾ। ਬੋਇਲਿੰਗ ਪੁਆਇੰਟ ਤੇ ਪਾਣੀ ਦੋਵਾਂ ਨੂੰ ਇਕੱਠਾ ਮਿਲਿਆ। ਹੋਇਆ ਕੀ ਹੈ, ਆਲੂ ਆਲਰੇਡੀ ਸਖਤ ਸੀ, ਉਹਨੂੰ ਹਾਲਾਤ ਨੇ ਨਰਮ ਕਰ ਦਿੱਤਾ ਤੇ ਉਹ ਕੁਚਲਿਆ ਜਾਣ ਦੇ ਕਾਬਲ ਹੋ ਗਿਆ। ਅੰਡਾ ਨਰਮ ਸੀ, ਉਹਨੂੰ ਹਾਲਾਤ ਨੇ ਇੰਨਾ ਹਾਰਡ ਕਰ ਦਿੱਤਾ ਕਿ ਉਹ ਖਾਣ ਦੇ ਕਾਬਲ ਹੋ ਗਿਆ। ਉਹ ਪ੍ਰੋਟੀਨ ਦੇਗਾ ਆਲੂ ਵੀ ਪ੍ਰੋਟੀਨ, ਲੇਕਿਨ ਜ਼ਲੀਲ ਹੋ ਕੇ। ਸੇਮ ਲਾਈਕ ਮੇਰੇ ਭਾਈਓ, ਆਪਣੇ ਆਪ ਨੂੰ ਅਗਰ ਸਖਤ ਰੱਖੋਗੇ ਤੇ ਇਸ ਉਬਲਦੇ ਪਾਣੀ ਨੂੰ ਫੇਸ ਕਰਨ ਤੋਂ ਬਾਅਦ ਤੁਹਾਨੂੰ ਨਰਮ ਹੋਣਾ ਪਏਗਾ, ਪਿੱਛੇ ਆਉਣਾ ਪਏਗਾ, ਜ਼ਲੀਲ ਹੋਣਾ ਪਏਗਾ, ਖਤਮ ਹੋਣਾ ਪਏਗਾ। ਅਗਰ ਤੁਸੀਂ ਆਪਣੇ ਆਪ ਨੂੰ ਨਰਮ ਰੱਖੋਗੇ ਤੇ ਦੁਨੀਆ ਦੇ ਹਾਲਾਤ, ਉਬਲਦਾ ਹੋਇਆ ਪਾਣੀ ਨੇ, ਇਹ ਮੇਰੇ ਭਰਾਵਾਂ ਨੂੰ ਹਾਰਡ ਕਰ ਦੇਣਗੇ, ਸਖਤ ਕਰ ਦੇਣਗੇ। ਤੁਸੀਂ ਤਰੱਕੀ ਕਰੋਗੇ, ਠੀਕ ਹੈ, ਤੇ ਕੁੱਤੀਆਂ ਭੌਂਕਣਗੀਆਂ, ਠੀਕ ਹੈ, ਲੇਕਿਨ ਤੁਹਾਡੇ ਕੋਲ ਨਾ ਕਾਰ ਖੋਣਗੀਆਂ, ਨਾ ਤੁਹਾਡੀ ਤਰੱਕੀ ਨੂੰ ਪਹੁੰਚਣਗੀਆਂ, ਠੀਕ ਹੈ, ਨਾ ਤੁਹਾਡੀ ਕਾਰ ਦੀ ਸੀਟ ਤੇ ਬਹਿਣਗੀਆਂ, ਨਾ ਹੀ ਤੁਹਾਨੂੰ ਉਹਨਾਂ ਕਾਰ ਖਰੀਦ ਕੇ ਦਿੱਤੀ ਹੈ। ਇਸ ਵਾਸਤੇ ਇਹਨਾਂ ਚੀਜ਼ਾਂ ਤੇ ਤੁਸੀਂ ਯਕੀਨ ਨਹੀਂ ਰੱਖਣਾ। ਜਸਟ ਟਾਰਗੇਟ ਯੂਅਰ ਗੋਲ। ਆਪਣੀ ਫੋਕਸ ਉਸ ਟਾਰਗੇਟ ਤੇ ਦਿਓ ਜੋ ਤੁਸੀਂ ਅਚੀਵ ਕਰਨਾ। ਦੁਨੀਆ ਕੁਛ ਵੀ ਕਵੇ, ਠੀਕ ਹੈ, ਆਪਣੇ ਰਵੱਈਏ ਠੀਕ ਰੱਖਣੇ ਨੇ, ਤੁਸੀਂ ਨਰਮ ਰਹਿਣਾ ਤੇ ਰਸਤੇ ਦੀਆਂ ਕੁੱਤੀਆਂ ਤੇ ਬਿਲਕੁਲ ਕੰਨ ਨਹੀਂ ਧਰਨੇ। ਅੱਲਾਹ ਪਾਕ ਮੇਰੇ ਭਰਾਵਾਂ ਨੂੰ ਕਾਮਯਾਬ ਕਰੇ ਤੇ ਅੱਲਾਹ ਪਾਕ ਮੇਰੇ ਭਰਾਵਾਂ ਨੂੰ ਤਰੱਕੀਆਂ ਦੇਵੇ। ਵਸਲਾਮ, ਤੁਹਾਡਾ ਵੀਰ ਅਸਗਰ ਵਰਿਆ।